देश के प्रधानमंत्री नरेंद्र मोदी ਨੂੰ ਲੈ ਕੇ ਉਹ ਪਹੁੰਚੇ ਨੇ ਤੇ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ। ਐਲਾਨ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਹਾਲ ਤਾਂ ਜਾਂਦੇ ਜਾਂਦੇ ਪੰਜਾਬ ਦੇ ਸੁਰੱਖਿਆ ਸਿਸਟਮ ਤੇ ਇੱਕ ਤੰਜ ਕੱਸ ਗਏ। ਉਹ ਕਹਿੰਦੇ ਮੈਂ ਦੇਵੀ ਤਲਾਬ ਮੰਦਿਰ ਜਾਣਾ ਚਾਹੁੰਦਾ ਸੀ ਮੱਥਾ ਟੇਕਣ ਵਾਸਤੇ। ਕਹਿੰਦਾ ਮੈਨੂੰ ਇੱਥੋਂ ਦੇ ਸੁਰੱਖਿਆ ਏਜੰਸੀਆਂ ਨੇ ਕਹਿਤਾ ਕਿ ਤੁਹਾਨੂੰ ਅਸੀਂ ਪੈਦਲ ਗੱਡੀਆਂ ਦੇ ਰਸਤੇ ਸੜਕੀ ਰਸਤੇ ਨਹੀਂ ਲਿਜਾ ਸਕਦੇ। ਜੇ ਆਪਣੀ ਪਾਰਟੀ ਦੀ ਸਰਕਾਰ ਹੁੰਦੀ ਫਿਰ ਕਿ ਪ੍ਰਧਾਨ ਮੰਤਰੀ ਸਾਹਿਬ ਇਹ ਸ਼ਬਦ ਕਹਿੰਦੇ? ਉਹ ਮੌਕਾ ਨਹੀਂ ਜਾਣ ਦਿੰਦੇ ਕਦੇ ਵੀ। ਅੱਜ ਕੈਪਟਨ ਸਾਹਿਬ ਨੇ ਸੋਲੇ ਖਾਸੇ ਵੱਡੇ ਗਾਤੇ ਜਦ ਕਿ ਕਿਸੇ ਵੇਲੇ ਉਹ ਨੁਕਤਾਚੀਨੀ ਕਰਦੇ ਹੁੰਦੇ ਸੀ। ਜਦੋਂ ਨਾਲ ਹੁੰਦੇ ਨੇ ਤਾਂ ਗੁੱਡਾ ਐਡਾ ਵੱਡਾ ਬੰਨ੍ਹ ਦਿੰਦੇ ਨੇ ਤੇ ਜਦੋਂ ਵਿਰੋਧ 'ਚ ਚੱਲ ਜਾਂਦੇ ਨੇ ਫਿਰ ਢਾਹਾਂ ਲਾਉਣ ਲੱਗੇ ਵੀ 1 ਮਿੰਟ ਲਾਉਂਦੇ ਨੇ। ਢੀਂਡਸਾ ਸਾਹਿਬ ਨੇ ਤਾਂ ਬਾਦਲ ਦਲ ਤੇ ਵੀ ਪੂਰਾ ਤਬਾਹ ਲਾਤਾ ਕਿ ਮੋਦੀ ਸਾਹਿਬ ਤੁਹਾਨੂੰ ਭੁਲੇਖਾ ਸੀ। ਉਹ ਕਹਿੰਦੇ ਵੀ ਅਕਾਲੀ ਦਲ ਇੱਥੇ ਆ ਗਿਆ, ਉਹ ਤਾਂ ਇਕੱਲਾ ਬਾਦਲ ਦਲ ਹੈ, ਇੱਕ ਪਰਿਵਾਰ ਦਾ ਦਲ ਹੈ। ਉਹ ਕਹਿੰਦੇ ਵੀ ਜਿੱਥੇ ਜਿੱਥੇ ਐਨਡੀਏ ਦੀ ਸਰਕਾਰ ਆ ਉੱਥੇ ਵਿਕਾਸ ਲੋੜ ਤੋਂ ਵੱਧ ਹੋਇਆ ਤੇ ਮੈਨੂੰ ਪੂਰਨ ਆਸ ਹੈ ਕਿ ਪੰਜਾਬ ਦੇ ਵਿੱਚ ਵੀ ਇਹ ਐਨਡੀਏ ਦੀ ਸਰਕਾਰ ਹੀ ਬਣੇ। ਜੇ ਪ੍ਰਧਾਨ ਮੰਤਰੀ ਸਾਹਿਬ ਨੇ ਐਡਾ ਬਹਾਦਰੀ ਵਾਲਾ ਕੰਮ ਉੱਥੇ ਕੀਤਾ ਹੈ ਤਾਂ ਉਹਦੀ ਅਸਲੀਅਤ ਲੋਕਾਂ ਸਾਹਮਣੇ ਕੀਤੀ ਜਾਣੀ ਚਾਹੀਦੀ ਹੈ। ਇਹ ਸਰਜੀਕਲ ਆਪਰੇਸ਼ਨ ਜਿਹੜਾ ਕੀਤਾ ਸੀ ਇਹ ਲੋਕ ਇਹਦੀ ਅਸਲੀਅਤ ਬਾਰੇ ਜਾਣਨਾ ਚਾਹੁੰਦੇ ਨੇ। ਬਹੁਤ ਸਾਰੇ ਲੋਕਾਂ ਦੇ ਗਲੇ 'ਚੋਂ ਜਿਸ ਢੰਗ ਨਾਲ ਉਹ ਕੀਤਾ ਗਿਆ ਇਹ ਕਿਹਾ ਜਾ ਰਿਹਾ ਕਿ ਉਹ ਸਾਰੇ ਦਾ ਸਾਰਾ ਸਿਆਸੀ ਫਾਇਦਾ ਲੈਣ ਵਾਸਤੇ ਕੀਤਾ। ਅਮਿਤ ਸ਼ਾਹ ਨੇ ਵੀ ਜਿਹੜਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ। ਗੁਰਦੁਆਰਾ ਸਾਹਿਬ ਗਿਆਨ ਗੋਦੜੀ ਸ਼ਿਲੌਂਗ ਜੀ ਉਹ ਸਮੱਸਿਆਵਾਂ ਤੇ ਜਿਹੜੀਆਂ ਬੰਦੀ ਸਿੰਘਾਂ ਦੀਆਂ ਰਿਹਾਈ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ ਅਜਿਹੇ ਕੁਝ ਮਸਲੇ ਉਹਨਾਂ ਨੇ ਉਠਾਏ ਨੇ। ਪਰ ਸਮਝਿਆ ਜਾ ਰਿਹਾ ਕਿ ਸਿੱਖ ਧਰਮ ਦੇ ਕੁਝ ਮਸਲਿਆਂ ਪ੍ਰਤੀ ਉੱਥੇ ਗੱਲਬਾਤ ਜ਼ਰੂਰ ਕੀਤੀ ਗਈ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਚਰਚਾ ਕਰਾਂਗੇ। ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਚੁੱਕੇ ਨੇ ਜਿਸ ਦੇ ਵੱਲੋਂ ਆਪਣੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਡੇ ਐਲਾਨ ਕੀਤੇ ਗਏ ਨੇ। ਕੀ ਐਲਾਨ ਉਹਨਾਂ ਨੇ ਕੀਤੇ ਨੇ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਰਾਹੁਲ ਗਾਂਧੀ ਨੂੰ ਲੈ ਕੇ, ਉਹ ਵੀ ਪੰਜਾਬ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਕੀ ਐਲਾਨ ਕੀਤੇ ਨੇ ਇਸ ਤੇ ਚਰਚਾ ਕਰਾਂਗੇ। ਤੇ ਇਸ ਦੇ ਨਾਲ ਹੀ ਚਰਚਾ ਕਰਾਂਗੇ ਕਿ ਪੁਲਵਾਮਾ ਹਮਲੇ ਨੂੰ ਲੈ ਕੇ ਕਿਉਂਕਿ ਅੱਜ ਜਿਹੜੇ ਕਿ 3 ਸਾਲ ਪੂਰੇ ਹੋ ਚੁੱਕੇ ਨੇ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਲਗਜ਼ਰੀ ਸਾਰਾਗੜੀ ਦੀ ਜਿਹੜੀ ਸਰਾਂ ਦੀ ਹਾਲਤ ਆ ਉਹ ਕਾਫੀ ਜਿਹੜੀ ਕਿ ਖਸਤਾ ਹੁੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਵਿਸ਼ੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਰੀਨਾ ਜੀ। ਢਿੱਲੋਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਉਹ ਪਹੁੰਚੇ ਨੇ ਤੇ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ। ਐਲਾਨ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਉਹ ਅਜੇ ਸੰਬੋਧਨ ਕਰ ਰਹੇ ਨੇ ਜੀ ਬਿਲਕੁਲ। ਐਲਾਨਾਂ ਵਾਲੀ ਪਟਾਰੀ ਹਾਲੇ ਖੋਲਣੀ ਆ ਉਹਨਾਂ ਨੇ। ਹਾਲ ਤਾਂ ਜਾਂਦੇ ਜਾਂਦੇ ਪੰਜਾਬ ਦੇ ਸੁਰੱਖਿਆ ਸਿਸਟਮ ਤੇ ਇੱਕ ਤੰਜ ਕੱਸ ਗਏ। ਉਹ ਕਹਿੰਦੇ ਮੈਂ ਦੇਵੀ ਤਲਾਬ ਮੰਦਿਰ ਜਾਣਾ ਚਾਹੁੰਦਾ ਸੀ ਮੱਥਾ ਟੇਕਣ ਵਾਸਤੇ। ਕਹਿੰਦਾ ਮੈਨੂੰ ਇੱਥੋਂ ਦੇ ਸੁਰੱਖਿਆ ਏਜੰਸੀਆਂ ਨੇ ਕਹਿਤਾ ਕਿ ਤੁਹਾਨੂੰ ਅਸੀਂ ਪੈਦਲ ਗੱਡੀਆਂ ਦੇ ਰਸਤੇ ਸੜਕੀ ਰਸਤੇ ਨਹੀਂ ਲਿਜਾ ਸਕਦੇ, ਹੈਲੀਕਾਪਟਰ ਤੇ ਚੱਲ ਜਾਓ। ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਦੂਜੀ ਪਾਰਟੀ ਦੀ ਹੈ। ਜੇ ਆਪਣੀ ਪਾਰਟੀ ਦੀ ਸਰਕਾਰ ਹੁੰਦੀ ਫਿਰ ਕਿ ਪ੍ਰਧਾਨ ਮੰਤਰੀ ਸਾਹਿਬ ਇਹ ਸ਼ਬਦ ਕਹਿੰਦੇ? ਉਹ ਮੌਕਾ ਨਹੀਂ ਜਾਣ ਦਿੰਦੇ ਕਦੇ ਵੀ। ਉਹਨਾਂ ਨੇ ਅੱਜ ਇਹ ਲੋਕਾਂ ਨੇ ਰਵਾਇਤੀ ਦਸਤਾਰ ਉਹਨਾਂ ਦੇ ਸਿਰ ਤੇ ਕੇਸਰੀ ਰੰਗ ਦੀ ਰੱਖੀ ਹੋਈ ਹੈ ਜੀ। ਉਹਨਾਂ ਦੇ ਗੁਣਗਾਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗਾਏ, ਸੁਖਦੇਵ ਸਿੰਘ ਢੀਂਡਸਾ ਨੇ ਵੀ ਕੁਝ ਮੰਗਾਂ ਉਠਾਈਆਂ। ਉਹਨਾਂ ਨੇ ਅੱਜ ਕੈਪਟਨ ਸਾਹਿਬ ਨੇ ਸੋਲੇ ਖਾਸੇ ਵੱਡੇ ਗਾਤੇ ਜਦ ਕਿ ਕਿਸੇ ਵੇਲੇ ਉਹ ਨੁਕਤਾਚੀਨੀ ਕਰਦੇ ਹੁੰਦੇ ਸੀ ਕਿ ਦੇਸ਼ ਦੀ ਰੱਖਿਆ ਵਾਸਤੇ ਇੱਕੋ ਇੱਕ ਬੰਦਾ ਪੈਦਾ ਹੋਇਆ ਨਰਿੰਦਰ ਮੋਦੀ ਜਿਹੜਾ ਇਸ ਦੇਸ਼ ਨੂੰ ਸਾਂਭ ਸਕਦਾ ਹੈ, ਇਹਦੀ ਸੁਰੱਖਿਆ ਨਾਲ ਮੁਕਾਬਲਾ ਬਾਹਰੀ ਹਮਲਿਆਂ ਦਾ ਕਰ ਸਕਦਾ ਹੈ ਜੀ। ਮਤਲਬ ਰਾਜਸੀ ਆਗੂ ਜਦੋਂ ਨਾਲ ਹੁੰਦੇ ਨੇ ਤਾਂ ਗੁੱਡਾ ਐਡਾ ਵੱਡਾ ਬੰਨ੍ਹ ਦਿੰਦੇ ਨੇ ਤੇ ਜਦੋਂ ਵਿਰੋਧ 'ਚ ਚੱਲ ਜਾਂਦੇ ਨੇ ਫਿਰ ਢਾਹਾਂ ਲਾਉਣ ਲੱਗੇ ਵੀ 1 ਮਿੰਟ ਲਾਉਂਦੇ ਨੇ।
ਪੰਜਾਬੀ ਦੀ ਇੱਕ ਕਹਾਵਤ ਹੈ ਵੀ ਯਾਰੀ ਲੱਗੀ ਤੋਂ ਲਵਾ ਦਿੱਤੇ ਤਖਤੇ, ਟੁੱਟ ਗਈ ਤਾਂ ਚੁਗਾਠ ਪੱਟ ਲਈ। ਹੁਣ ਤਾਜ਼ਾ ਪ੍ਰਧਾਨ ਮੰਤਰੀ ਦੇ ਨਾਲ ਜੁੜੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰੀ, ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਤਾਂ ਬਾਦਲ ਦਲ ਤੇ ਵੀ ਪੂਰਾ ਤਵਾ ਲਾਤਾ ਕਿ ਮੋਦੀ ਸਾਹਿਬ ਤੁਹਾਨੂੰ ਭੁਲੇਖਾ ਸੀ। ਉਹ ਕਹਿੰਦੇ ਵੀ ਅਕਾਲੀ ਦਲ ਇੱਥੇ ਆ ਗਿਆ, ਉਹ ਤਾਂ ਇਕੱਲਾ ਬਾਦਲ ਦਲ ਹੈ, ਇੱਕ ਪਰਿਵਾਰ ਦਾ ਦਲ ਹੈ, ਉਹ ਤਾਂ ਉੱਥੇ ਰਹਿ ਗਿਆ। ਤੁਸੀਂ ਹੁਣ ਸਹੀ ਲੋਕਾਂ ਦੀ ਚੋਣ ਕੀਤੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਫਤਿਹ ਤੋਂ ਸ਼ੁਰੂ ਕੀਤਾ, ਜੈ ਸ਼੍ਰੀ ਰਾਮ, ਹਰ ਹਰ ਮਹਾਦੇਵ, ਜੈ ਭੀਮ ਵਗੈਰਾ ਵਗੈਰਾ ਸਾਰਾ ਆਪਣਾ ਭਾਸ਼ਣ ਸ਼ੁਰੂ ਕੀਤਾ। ਉਹ ਕਹਿੰਦੇ ਵੀ ਜਿੱਥੇ ਜਿੱਥੇ NDA ਦੀ ਸਰਕਾਰ ਆ ਉੱਥੇ ਵਿਕਾਸ ਲੋੜ ਤੋਂ ਵੱਧ ਹੋਇਆ, ਤੇ ਮੈਨੂੰ ਪੂਰਨ ਆਸ ਹੈ ਕਿ ਪੰਜਾਬ ਦੇ ਵਿੱਚ ਵੀ ਇਹ NDA ਦੀ ਸਰਕਾਰ ਹੀ ਬਣੇਗੀ। ਉਹ ਕਹਿੰਦੇ ਕਿ ਪੰਜਾਬ ਨਵਾਂ ਅਧਿਆਏ ਲਿਖਣ ਚੱਲਿਆ ਹੈ, ਜਿੱਥੇ ਵਿਰਾਸਤ ਤੇ ਵਿਕਾਸ ਚੱਲੇਗਾ, ਲੇਕਿਨ ਦਲਦਲ ਦਾ ਇੱਥੇ ਕੋਈ ਨਾਂ ਨਹੀਂ ਹੋਵੇਗਾ। ਨਾਲ ਇੱਕ ਨਾਅਰਾ ਦਿੱਤਾ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ, ਨਵਾਂ ਪੰਜਾਬ ਭਾਜਪਾ ਤੇ ਉਹਦੀ ਟੀਮ ਦੇ ਨਾਲ, ਭਾਵ ਢੀਂਡਸਾ ਸਾਹਿਬ ਤੇ ਕੈਪਟਨ ਸਾਹਿਬ ਦੇ ਨਾਲ। ਉਹਨਾਂ ਨੇ ਕਾਂਗਰਸ ਨੂੰ ਮੌਕਾ ਪ੍ਰਸਤ ਥੋੜਾ ਜਿਹਾ ਤੰਜ ਉਹ ਕੇਜਰੀਵਾਲ ਸਾਹਿਬ ਤੇ ਵੀ ਕੱਸ ਗਏ ਕਿ ਜਿਹੜੀ ਮੌਕਾ ਪ੍ਰਸਤੀ ਦੀ ਰਾਜਨੀਤੀ ਹੈ ਇਹ ਬਹੁਤਾ ਲੰਬਾ ਸਮਾਂ ਚੱਲਦੀ ਨਹੀਂ ਹੁੰਦੀ। ਉਹ ਕਹਿੰਦੇ ਕਿ ਕਾਂਗਰਸ ਇੱਕ ਅਜਿਹੀ ਜਮਾਤ ਹੈ ਜਿਹੜੀਆਂ ਆਪਣੀਆਂ ਸਰਕਾਰਾਂ ਨੂੰ ਦਿੱਲੀ ਤੋਂ ਰਿਮੋਟ ਨਾਲ ਚਲਾਉਂਦੀ ਹੈ। ਇਹੀ ਇਸ਼ਾਰਾ ਕੱਲ ਬੀਬੀ ਪ੍ਰਿੰਕਾ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਤੇ ਅਰਵਿੰਦ ਕੇਜਰੀਵਾਲ ਤੇ ਕੱਸਿਆ ਸੀ। ਉਹਨਾਂ ਨੇ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿਹਨੇ ਇੱਥੋਂ ਦੇ ਗੁਰੂਆਂ ਪੀਰਾਂ ਨੇ ਸਾਨੂੰ ਜਿਉਣਾ ਸਿਖਾਇਆ, ਧਰਮ ਲਈ ਕੁਰਬਾਨ ਹੋਣਾ ਸਿਖਾਇਆ। ਇਹ ਗੁਰੂਆਂ ਦੀ ਉਹ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਭੁੱਖਮਾਰੀ ਨਾਲ ਲੜਨਾ ਸਿਖਾਇਆ। ਕਹਿੰਦੇ ਇਹ ਉਹੀ ਪੰਜਾਬ ਹੈ ਜਿਹਨੇ ਜਿਹੜਾ ਦੇਸ਼ ਦੂਜਿਆਂ ਵੱਲ ਝਾਕਦਾ ਸੀ, ਹਰੀ ਕ੍ਰਾਂਤੀ ਲਿਆ ਕੇ ਇਹਨਾਂ ਨੇ ਦੇਸ਼ ਨੂੰ ਅਨਾਜ ਦੇ ਵਿੱਚ ਆਤਮ ਨਿਰਭਰ ਬਣਾਇਆ। ਪੰਜਾਬ ਦੀਆਂ ਤਾਰੀਫਾਂ ਵੀ ਕੀਤੀਆਂ ਨੇ। ਦੂਜੇ ਪਾਸੇ ਕਹਿੰਦੇ ਉਹ ਦੇਵੀ ਤਲਾਬ ਮੈਂ ਇੱਕ ਦਿਨ ਚੋਣਾਂ ਤੋਂ ਬਾਅਦ ਆਊਂਗਾ ਤੇ ਹਰ ਹਾਲਤ ਮੱਥਾ ਟੇਕ ਕੇ ਆਊਂਗਾ। ਔਰ ਪੰਜਾਬ ਨਾਲ, ਖਾਸ ਕਰ ਜਲੰਧਰ ਦੇ ਨਾਲ ਜਿਹੜੀ ਉਹਨਾਂ ਦੀ ਪੁਰਾਣੀ ਸਾਂਝ ਹੈ, ਇਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰਾ ਪੰਜਾਬ ਦੇ ਨਾਲ ਬਹੁਤ ਵੱਡੀ ਸਾਂਝ ਰਹੀ ਹੈ ਜੀ, ਪੰਜਾਬ ਦਾ ਮੈਂ ਅੰਨ ਪਾਣੀ ਖਾਇਆ ਹੈ। ਸੋ ਮੋਦੀ ਸਾਹਿਬ ਦੇ ਨਾਲ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਦੂਸਰੇ ਆਗੂ ਸਾਹਿਬਾਨ ਵੀ ਮੰਚ ਤੇ ਸੁਸ਼ੋਭਿਤ ਸਨ। ਉਹ ਪੰਜਾਬ ਨੂੰ ਕੀ ਐਲਾਨ ਕਰਕੇ ਜਾਂਦੇ ਨੇ ਜੀ, ਇਹ ਸਾਨੂੰ ਅਗਲੇ ਹਿੱਸੇ ਦੇ ਵਿੱਚ ਪਤਾ ਲੱਗੇਗਾ। ਬਿਲਕੁਲ, ਸਾਡੇ ਨਾਲ ਦੇ ਸਾਥੀ ਉਸ ਦੇ ਉੱਤੇ ਬਾਅਦ ਦੇ ਵਿੱਚ ਜਾਣਕਾਰੀ ਦੇ ਦੇਣਗੇ, ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਹੁੰਦਾ ਉਹ ਨਿਰਧਾਰਤ ਹੈ ਵੀ ਕਦੋਂ ਕੀਤਾ ਜਾਣਾ ਹੈ। ਪ੍ਰਧਾਨ ਮੰਤਰੀ ਸਾਹਿਬ ਆਪਣੇ ਸਮੇਂ ਤੋਂ ਕੁਝ ਪਛੜ ਕੇ ਆਏ ਨੇ। ਸੋ ਅੱਜ ਉਹ ਪਹਿਲੇ ਦਿਨ ਜਲੰਧਰ ਦੇ ਵਿੱਚ ਆਏ ਨੇ। ਉਹਨਾਂ ਨੇ ਪਰਸੋਂ ਨੂੰ ਪਠਾਨਕੋਟ ਦੇ ਵਿੱਚ ਵੀ ਆਉਣਾ ਹੈ ਜੀ। ਫਿਰ 17 ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਅਬੋਹਰ ਦੇ ਵਿੱਚ ਵੀ ਆਉਣਾ ਹੈ। ਅਜੇ ਸਮਾਂ ਹੈ। ਮੇਰਾ ਖਿਆਲ ਹੈ ਪੰਜਾਬ ਵਾਸਤੇ ਜੋ ਕੈਪਟਨ ਸਾਹਿਬ ਨੇ ਗੱਲ ਕੀਤੀ, ਢੀਂਡਸਾ ਸਾਹਿਬ ਨੇ ਕਿਸਾਨਾਂ ਦਾ ਮਸਲਾ ਉਠਾਇਆ ਕਿ ਪ੍ਰਧਾਨ ਮੰਤਰੀ ਸਾਹਿਬ ਸਾਲ ਉਹਨਾਂ ਨੂੰ ਉੱਥੇ ਬੈਠਣਾ ਪੈ ਗਿਆ। ਜਦੋਂ ਤੁਹਾਨੂੰ ਗੱਲ ਸਮਝ ਆ ਗਈ ਤਾਂ ਤੁਸੀਂ ਉਹ ਕਾਨੂੰਨ ਵੀ ਵਾਪਸ ਲੈ ਲਏ ਤੇ ਦੇਸ਼ ਵਾਸੀਆਂ ਤੋਂ ਇਸ ਵਾਸਤੇ ਮਾਫੀ ਵੀ ਮੰਗ ਲਈ ਜੀ। ਕੁਝ ਵਾਅਦੇ ਕਹਿੰਦੇ ਤੁਸੀਂ ਕਿਸਾਨਾਂ ਦੇ ਨਾਲ ਕੀਤੇ ਸੀ, ਅੱਜ ਲੋੜ ਹੈ ਕਿ ਤੁਸੀਂ ਉਹਨਾਂ ਵਾਅਦਿਆਂ ਦੇ ਉੱਤੇ ਖਰੇ ਹੋ ਕੇ ਐਲਾਨ ਕਰੋ ਤੇ ਇਹ ਵਾਅਦਿਆਂ ਨੂੰ ਪੂਰਾ ਕਰਨ ਦਾ ਟਾਈਮ ਆ ਗਿਆ। ਜੀ ਰੀਨਾ ਜੀ,
ਢਿੱਲੋਂ ਜੀ, ਇਸ ਦੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਪੁਲਵਾਮਾ ਹਮਲੇ ਨੂੰ ਲੈ ਕੇ। ਅੱਜ 3 ਸਾਲ ਪੂਰੇ ਹੋ ਗਏ ਨੇ। ਇਹ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆਪਣੇ ਸਮਾਗਮ ਦੇ ਵਿੱਚ ਆਖੀ ਜੀ ਕਿ 14 ਫਰਵਰੀ ਨੂੰ ਪੁਲਵਾਮਾ ਦੇ ਵਿੱਚ ਅੱਤਵਾਦੀ ਹਮਲਾ CRP ਦੇ ਉੱਤੇ ਹੋਇਆ। ਕੁਝ ਕਿਤਾਬਾਂ ਵੀ ਛਪੀਆਂ ਨੇ, ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਉਠਾਏ ਗਏ ਨੇ ਜੀ। ਇਹ ਵੀ ਆਖਿਆ ਗਿਆ ਕਿ ਉਸ ਵੇਲੇ CRP ਦੇ ਵੱਡੇ ਅਧਿਕਾਰੀ ਨੇ ਆਖਿਆ ਸੀ ਕਿ ਮੌਸਮ ਠੀਕ ਨਹੀਂ, ਸਾਨੂੰ ਇਹਨਾਂ ਜਵਾਨਾਂ ਨੂੰ ਬਾਈ 에ਅਰ ਹਵਾਈ ਜਹਾਜ਼ ਰਾਹੀਂ ਤਬਦੀਲ ਕਰਨ ਦੀ ਆਗਿਆ ਦਿੱਤੀ ਜਾਵੇ, ਜੋ ਦਿੱਤੀ ਨਹੀਂ ਗਈ ਜੀ। ਦੇਸ਼ ਦੇ ਲੋਕ ਇਸ ਗੱਲ ਦੀ ਵੀ ਮੰਗ ਕਰਦੇ ਨੇ ਕਿ ਉਹਦੇ ਤੇ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਜਾਂਚ ਕਰਾਈ ਜਾਵੇ ਜੀ ਤੇ ਪਤਾ ਲੱਗੇ ਉਹਦੇ ਪਿਛਲੇ ਅਸਲੀਅਤ ਕੀ ਸੀ। ਔਰ ਕਹਿੰਦੇ 12 ਦਿਨਾਂ ਬਾਅਦ 26 ਫਰਵਰੀ ਨੂੰ 25 ਫਰਵਰੀ ਦੀ ਰਾਤ ਨੂੰ 19 ਚ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜੇ ਕਹਿੰਦੇ ਅੱਤਵਾਦੀ ਟਿਕਾਣੇ ਸੀ ਉੱਥੇ ਇੱਕ ਹਮਲਾ ਕੀਤਾ ਜੀ, ਆਪਰੇਸ਼ਨ ਚਲਾਇਆ। ਉਸ ਆਪਰੇਸ਼ਨ ਦੇ ਵਿੱਚ ਉਹ ਕਹਿੰਦੇ ਕਿ ਉੱਥੋਂ ਦੇ ਜਿਹੜੇ ਅੱਤਵਾਦੀ ਕੈਂਪ ਸੀ ਉਹ ਖਤਮ ਕਰਤੇ। ਕਹਿੰਦੇ ਆ ਕਿ ਕੋਈ ਜਿਹੜੇ ਪ੍ਰਮੁੱਖ ਦਾ ਨਾਂ ਉਹ ਲੈਂਦੇ ਆ ਜੀ। ਉੱਥੇ ਇੱਕ ਵੱਡੀ ਪੱਧਰ ਦੇ ਉੱਤੇ ਮੁਹਿੰਮ ਚਲਾਈ ਔਰ ਉਹ ਜਿਹੜਾ ਟਿਕਾਣਾ ਸੀ ਜੀ, ਉਹ ਟਿਕਾਣਾ ਖਤਮ ਕੀਤੇ ਗਏ ਇੱਕ ਵੱਡਾ ਆਪਰੇਸ਼ਨ ਕਰਕੇ। ਲੋਕਾਂ ਦੇ ਵਿੱਚ ਇਹ ਹੈ ਕਿ ਫਰਵਰੀ ਦੇ ਵਿੱਚ ਉਹ ਕੰਮ ਕੀਤਾ ਗਿਆ ਕਿਉਂਕਿ 19 ਦੇ ਵਿੱਚ ਮਈ ਦੇ ਵਿੱਚ ਚੋਣਾਂ ਸੀ ਜੀ। ਇੱਕ ਲੋਕਾਂ ਇਸ ਗੱਲ ਦੀ ਮੰਗ ਕਰਦੇ ਆ ਕਿ ਉਹਦੀ ਅਸਲੀਅਤ ਤਾਂ ਪਤਾ ਲੱਗਣੀ ਚਾਹੀਦੀ ਹੈ। ਜੇ ਪ੍ਰਧਾਨ ਮੰਤਰੀ ਸਾਹਿਬ ਨੇ ਐਡਾ ਬਹਾਦਰੀ ਵਾਲਾ ਕੰਮ ਉੱਥੇ ਕੀਤਾ ਹੈ ਜੀ ਤਾਂ ਉਹਦੀ ਅਸਲੀਅਤ ਲੋਕਾਂ ਸਾਹਮਣੇ ਕੀਤੀ ਜਾਣੀ ਚਾਹੀਦੀ ਹੈ। ਇਹ ਸਰਜੀਕਲ ਆਪਰੇਸ਼ਨ ਜਿਹੜਾ ਕੀਤਾ ਸੀ ਇਹ ਲੋਕ ਇਹਦੀ ਅਸਲੀਅਤ ਬਾਰੇ ਜਾਣਨਾ ਚਾਹੁੰਦੇ ਨੇ। ਬਹੁਤ ਸਾਰੇ ਲੋਕਾਂ ਦੇ ਗਲੇ 'ਚੋਂ ਜਿਸ ਢੰਗ ਨਾਲ ਉਹ ਕੀਤਾ ਗਿਆ ਇਹ ਕਿਹਾ ਜਾ ਰਿਹਾ ਕਿ ਉਹ ਸਾਰੇ ਦਾ ਸਾਰਾ ਸਿਆਸੀ ਫਾਇਦਾ ਲੈਣ ਵਾਸਤੇ ਕੀਤਾ ਗਿਆ ਸੀ ਜੀ। ਢਿੱਲੋਂ ਜੀ, ਦੇਖਿਆ ਜਾਵੇ ਤਾਂ ਜਿਹੜੀ ਲਗਜ਼ਰੀ ਸਰਾਗੜੀ ਸਰਾਂ ਉਹ ਦੇਖਿਆ ਜਾ ਰਿਹਾ ਕਿ ਜਿਹੜੀ ਉਹਦੀ ਹਾਲਤ ਆ ਉਹ ਦਿਨ ਬ ਦਿਨ ਖਸਤਾ ਹੁੰਦੀ ਜਾ ਰਹੀ ਹੈ। ਸਾਡੇ ਜਿਹੜੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ, ਉਹ ਦੂਜਿਆਂ ਤੇ ਚਾਂਦਮਾਰੀ ਕਰਨ ਵਾਲੀ ਤਾਂ ਬਹੁਤ ਕਾਲੇ ਰਹਿੰਦੇ ਨੇ ਜੀ। ਆ ਜਿਹੜਾ ਕੁਝ ਉਹਨਾਂ ਦੇ ਅਧੀਨ ਚੱਲ ਰਿਹਾ ਹੈ ਕਿ ਉੱਥੇ ਵਿਦੇਸ਼ਾਂ 'ਚੋਂ ਲਿਆ ਕੇ ਸਾਜੋ ਸਮਾਨ ਲਾਇਆ ਗਿਆ ਜੀ। ਉਹਨਾਂ ਦਾ ਇੱਕ ਮੈਨੇਜਰ ਹੈ ਗੁਰਿੰਦਰ ਸਿੰਘ ਮਥਰੇਵਾਲ ਜੀ, ਉਹ ਕਹਿੰਦਾ ਜੀ ਉਹ ਇੱਥੇ ਮਿਲਦਾ ਨਹੀਂ। ਤਾਂ ਕਿਹੜੇ ਕਾਲੇ ਕੁੱਤੇ ਨੇ ਵੱਢਿਆ ਸੀ ਤੁਹਾਨੂੰ ਉਸ ਵੇਲੇ ਕਿ ਤੁਸੀਂ ਉਹ ਸਮਾਨ ਲਾਓ ਜਿਹੜਾ ਮੁੜ ਕੇ ਬਾਜ਼ਾਰ ਦੇ ਵਿੱਚ ਉਪਲਬਧ ਨਾ ਹੋਵੇ। ਬਿਲਕੁਲ ਜੀ। ਤੇ ਜਾਂ ਤੁਸੀਂ ਗੁਰੂ ਘਰ ਦੀ ਗੋਲਕ ਦਾ ਪੈਸਾ ਰੋੜਿਆ ਉੱਥੇ। ਇਹ ਸਰਾਵਾਂ ਅਨਿਖੜਵਾਂ ਅੰਗ ਨੇ ਸਾਡਾ। ਇਹ ਜੇ ਸਵਾਲ ਉੱਠਿਆ ਅੱਜ ਉਠਾਇਆ ਗਿਆ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਣਾ ਚਾਹੀਦਾ ਹੈ। ਬਿਲਕੁਲ ਜੀ। ਕਿ ਇਸ ਤਰ੍ਹਾਂ ਦੀ ਖਸਤਾ ਹਾਲਤ ਉਸ ਸਾਰਾਗੜੀ ਸਰਾਂ ਦੀ ਹੋ ਕਿਉਂ ਗਈ। ਕਿਹਦੇ ਆਦੇਸ਼ਾਂ ਦੇ ਉੱਤੇ ਉਹ ਵਿਦੇਸ਼ਾਂ ਦਾ ਸਾਜੋ ਸਮਾਨ ਉੱਥੇ ਲਾਇਆ ਸੀ। ਸਾਨੂੰ ਤਾਂ ਸਧਾਰਨ ਬਣਾ ਦਿਓ। ਗੁਰੂ ਸਾਹਿਬ ਨੇ ਸਾਨੂੰ ਤਾਂ ਕਿਹਾ ਹੀ ਸਧਾਰਨ ਹੈ। ਬਿਲਕੁਲ ਜੀ। ਕਿ ਤੁਸੀਂ ਸਹਿਜ ਮਤੇ ਦੇ ਨਾਲ ਕੰਮ ਕਰੋ, ਵਧੀਆ ਕੰਮ ਕਰੋ। ਇਹ ਕਿਹਨੇ ਕਿਹਾ ਸੀ ਤੁਹਾਨੂੰ? ਅੱਜ ਇੱਕ ਅਖਬਾਰ ਨੇ, ਮੇਰਾ ਖਿਆਲ ਪੰਜਾਬੀ ਜਾਗਰਣ ਨੇ, ਇਸ ਅਖਬਾਰ ਦੇ ਵਿੱਚ ਇਹ ਰਿਪੋਰਟ ਬੜੀ ਵਿਸਥਾਰ ਦੇ ਨਾਲ ਛਾਪੀ ਹੈ ਜੀ, ਜਿਹਦੇ ਕਰਕੇ ਸਾਨੂੰ ਇਹ ਚਰਚਾ ਕਰਨੀ ਪੈਗੀ। ਕੱਲਾ ਮਥਰੇਵਾਲ ਸਾਹਿਬ ਦੇ ਨਾਲ ਇਹ ਜਵਾਬ ਨਹੀਂ ਆਉਣਾ, ਇਹ ਧਾਮੀ ਸਾਹਿਬ ਨੂੰ ਜਵਾਬ ਦੇਣਾ ਪਵੇਗਾ ਕਿ ਉਹਦੀ ਇਹ ਹਾਲਾਤ ਲਈ ਜ਼ਿੰਮੇਵਾਰ ਕੌਣ ਹੈ। ਬਿਲਕੁਲ ਜੀ। 91 ਲੱਖ ਦਾ ਇਸ਼ਤਿਹਾਰ ਤੁਸੀਂ ਇੱਕ ਸਾਧ ਨੂੰ ਬਿਨਾਂ ਮੰਗੇ ਮਾਫੀ ਤੇ ਹੁਕਮਨਾਮੇ ਦੀ ਪ੍ਰੋੜਤਾ ਲਈ ਛਾਪ ਸਕਦੇ ਹੋ। ਗੁਰੂ ਦੀ ਗੋਲਕ ਲਟਾ ਸਕਦੇ ਹੋ। ਬਿਲਕੁਲ। ਇਹ ਸਰਾਵਾਂ ਦੇ ਉੱਤੇ
ਉਹਨਾਂ ਦੀ ਹਾਲਾਤ ਵਧੀਆ ਰੱਖਣ ਵਾਸਤੇ ਉਹਦੇ ਤਾਂ ਪੈਸੇ ਵੀ ਜ਼ਿਆਦਾ ਨੇ ਜਿਹੜੇ ਇਹ ਵਸੂਲਦੇ ਨੇ। ਸੋ ਉਹਦੀ ਇਹ ਹਾਲਾਤ ਕਿਉਂ ਹੋਈ, ਇਹਦਾ ਜਵਾਬ ਧਾਮੀ ਸਾਹਿਬ ਨੂੰ ਲੋਕ ਕਚਹਿਰੀ ਦੇ ਵਿੱਚ ਦੇਣਾ ਚਾਹੀਦਾ। ਜੀ ਜੀ ਢਿੱਲੋਂ ਜੀ, ਅਮਿਤ ਸ਼ਾਹ ਨੇ ਵੀ ਜਿਹੜਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ ਹੈ। ਉਹ ਕੱਲ ਕੀਤੀ ਸੀ ਜੀ। ਪਤਾ ਸਮਝਿਆ ਇਹ ਜਾ ਰਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਸਿੱਖ ਧਰਮ ਦੇ ਨਾਲ ਸੰਬੰਧਿਤ ਮੰਗਾਂ ਨੇ ਜੀ, ਖਾਸ ਕਰ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਡਾਂਗਮਾਰ, ਗੁਰਦੁਆਰਾ ਸਾਹਿਬ ਗਿਆਨ ਗੋਦੜੀ ਸ਼ਿਲੌਂਗ ਜੀ, ਉਹ ਸਮੱਸਿਆਵਾਂ ਤੇ ਜਿਹੜੀਆਂ ਬੰਦੀ ਸਿੰਘਾਂ ਦੀਆਂ ਰਿਹਾਈ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ, ਅਜਿਹੇ ਕੁਝ ਮਸਲੇ ਉਹਨਾਂ ਨੇ ਉਠਾਏ ਨੇ। ਉਹਨਾਂ ਦੇ ਨਾਲ ਪਹਿਲਾਂ ਜੱਦਰ ਸਾਹਿਬ ਸਿਰਸਾ ਸਾਹਿਬ ਵਾਲੇ ਮਾਮਲੇ ਤੇ ਬੋਲ ਪਏ ਸੀ। ਇਹ ਸਾਰੀਆਂ ਕਿਆਸ ਰਾਈਆਂ ਨੇ, ਕਿਆਫੇ ਨੇ, ਉੱਥੇ ਅੰਦਰ ਬਹਿ ਕੇ ਗੱਲਬਾਤ ਕੀ ਹੋਈ ਹੈ ਇਹ ਤਾਂ ਜਿਹੜਾ ਹੈਗਾ ਜਥੇਦਾਰ ਸਾਹਿਬ ਵੀ ਦੱਸ ਸਕਦੇ ਆ। ਪਰ ਸਮਝਿਆ ਜਾ ਰਿਹਾ ਕਿ ਸਿੱਖ ਧਰਮ ਦੇ ਕੁਝ ਮਸਲਿਆਂ ਪ੍ਰਤੀ ਉੱਥੇ ਗੱਲਬਾਤ ਜ਼ਰੂਰ ਕੀਤੀ ਗਈ ਹੈ। ਜੀ ਜੀ, ਦੇਖਿਆ ਜਾ ਰਿਹਾ ਕਿ ਜਿਹੜਾ ਸਾਡਾ ਵਾਤਾਵਰਨ ਆ ਉਹ ਲਗਾਤਾਰ ਦੂਸ਼ਿਤ ਹੁੰਦਾ ਜਾ ਰਿਹਾ, ਜਿਸ ਕਰਕੇ ਸਾਡੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਜੇਕਰ ਅਸੀਂ ਵੱਧ ਤੋਂ ਵੱਧ ਬੂਟੇ ਲਗਾਵਾਂਗੇ ਤਾਂ ਉਸ ਦੇ ਨਾਲ ਸਾਡਾ ਵਾਤਾਵਰਨ ਜਿਹੜਾ ਕਿ ਜ਼ਰੂਰ ਸਾਫ਼ ਹੋਏਗਾ। ਜਿਸ ਦੇ ਚੱਲਦੇ 51 ਕੁੜੀਆਂ ਦੇ ਜਨਮ ਦਿਨ ਤੇ 51 ਬੂਟੇ ਲਗਾਏ ਗਏ ਨੇ। ਡਾਕਟਰ ਮੀਆਂ ਬੀਬੀ ਤੇ ਇੱਕ ਪ੍ਰਿੰਸੀਪਲ ਵੀ ਉਹਦੇ ਵਿੱਚ ਸ਼ਾਮਿਲ ਨੇ। ਜੀ, ਜਿਹੜੇ ਡਾਕਟਰ ਮੀਆਂ ਬੀਬੀ ਨੇ ਜੀ ਉਹ ਮਿਸਟਰ ਕੋਹਲੀ ਨੇ ਜੀ, ਡਾਕਟਰ ਹਤੇਸ਼ ਕੋਹਲੀ ਤੇ ਉਹਨਾਂ ਦੀ ਪਤਨੀ ਰਿਸ਼ਮਾ ਕੋਹਲੀ ਤੇ ਪ੍ਰਿੰਸੀਪਲ ਨੇ ਸੁਖਵਿੰਦਰ ਕੁਮਾਰ। ਇਹ ਪਟਿਆਲੇ ਦੀ ਰਾਜਪੁਰਾ ਕਲੋਨੀ ਦਾ ਮਾਮਲਾ ਹੈ ਜੀ, ਜਿਹਦੇ ਵਿੱਚ ਕੱਲ 51 ਕੁੜੀਆਂ ਦਾ ਜਨਮ ਦਿਨ ਸੀ। ਉਹ ਜਨਮ ਦਿਨ ਸਕੂਲ ਦੇ ਵਿੱਚ 51 ਬੂਟੇ ਲਾ ਕੇ ਮਨਾਇਆ ਗਿਆ। ਇਹਦਾ ਸੰਦੇਸ਼ ਬਹੁਤ ਵੱਡਾ ਹੈ। ਬਿਲਕੁਲ ਜੀ, ਕਿ ਜਿਵੇਂ ਅਸੀਂ ਆਪਣਾ ਜੰਗਲ ਪਲੀਤ ਕਰਤਾ, ਉਹਨੂੰ ਸਾਂਭਣ ਵਾਸਤੇ ਇਹ ਜਿਹੜਾ ਕਦਮ ਉਠਾਇਆ ਗਿਆ ਹੈ ਇਹ ਆਪਣੇ ਆਪ ਦੇ ਵਿੱਚ ਅਹਿਮ ਹੈ, ਵੱਡੀ ਗੱਲ ਹੈ, ਸੁਨੇਹਾ ਬਹੁਤ ਵੱਡਾ ਦੇ ਗਿਆ। ਦੂਜੇ ਪਾਸੇ ਸਿਆਸੀ ਆਗੂਆਂ ਤੱਕ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਜਾ ਕੇ ਇਹਨਾਂ ਰਾਜਸੀ ਆਗੂਆਂ ਨੂੰ ਉਹ ਚੋਣ ਮਨੋਰਥ ਪੱਤਰ ਦੇ ਰਹੇ ਨੇ, ਜਿਹੜਾ ਕਿ ਵਾਤਾਵਰਨ ਦੇ ਨਾਲ ਸੰਬੰਧਿਤ ਹੈ ਕਿ ਇਹਨੂੰ ਆਪਣੇ ਚੋਣ ਮਨੋਰਥ ਪੱਤਰਾਂ ਦਾ ਹਿੱਸਾ ਬਣਾਓ। ਜੀ ਜੀ ਢਿੱਲੋਂ ਜੀ, ਅਸੀਂ ਐਲਾਨਾਂ ਦੀ ਗੱਲ ਕਰ ਰਹੇ ਸੀ, ਸੋ ਰਾਹੁਲ ਗਾਂਧੀ ਦੀ ਵੀ ਗੱਲ ਕਰ ਲਈ ਕਿ ਉਹ ਵੀ ਆਏ ਸੀ ਅੱਜ ਪੰਜਾਬ ਦੇ ਵਿੱਚ, ਉਹਨਾਂ ਦੇ ਵੱਲੋਂ ਵੀ ਕੁਝ ਐਲਾਨ ਕੀਤੇ ਗਏ ਨੇ। ਕੀ ਐਲਾਨ ਕੀਤੇ ਗਏ ਨੇ ਉਸੇ ਚਾਨਣਾ ਜ਼ਰੂਰ ਪਾਇਆ ਜਾਵੇ। ਨਹੀਂ, ਉਹਨਾਂ ਨੇ ਜਿਹੜਾ ਆਪਣਾ ਭਾਸ਼ਣ ਕੇਂਦਰਿਤ ਰੱਖਿਆ ਜੀ, ਉਹ ਨੋਟਬੰਦੀ ਤੋਂ ਸ਼ੁਰੂ ਕੀਤਾ। ਅੱਜ ਉਸ ਤੋਂ ਪਹਿਲਾਂ 15-16 ਮਿੰਟ ਜਿਹੜੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕਾਂਗਰਸ ਦੇ ਪ੍ਰਧਾਨ, ਉਹਨਾਂ ਨੇ ਵੀ ਕਾਫੀ ਗੱਲ ਕੀਤੀ ਹੈ ਜੀ। ਰਾਹੁਲ ਗਾਂਧੀ ਦੇ ਸਾਹਮਣੇ ਜਿਹੜਾ ਇਹ ਪ੍ਰਚਾਰ ਚੱਲ ਰਿਹਾ ਸੀ ਕਿ ਉਹਨਾਂ ਦਾ ਚਰਨਜੀਤ ਸਿੰਘ ਚੰਨੀ ਨਾਲ ਮਨਮੁਟਾਵ ਲੱਗਦਾ ਹੈ, ਅੱਜ ਉਹਨਾਂ ਨੇ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦਿੱਤਾ ਕਿ ਇੱਕ ਦਲਿਤ ਪਰਿਵਾਰ ਚੋਂ ਜੇ ਕੋਈ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਤਾਂ ਰਾਹੁਲ ਗਾਂਧੀ ਹੋਰਾਂ ਨੇ ਚੰਨੀ ਸਾਹਿਬ ਦੇ ਰੂਪ ਦੇ ਵਿੱਚ ਬਣਾਇਆ ਜੀ। ਉਹ ਕਹਿੰਦੇ ਵੀ ਕੁਝ ਅਰਬਪਤੀਆਂ ਲਈ ਮੋਦੀ ਸਾਹਿਬ ਨੇ ਨੋਟਬੰਦੀ ਕੀਤੀ। ਉਹਦੇ ਵਿੱਚ ਕਿਸਾਨ ਲਾਈਨਾਂ 'ਚ ਖੜੇ ਸੀ ਜੀ, ਬਿਲਕੁਲ, ਆਮ ਲੋਕ ਲਾਈਨਾਂ 'ਚ ਖੜੇ ਸੀ, ਔਰਤਾਂ ਲਾਈਨਾਂ 'ਚ ਖੜੀਆਂ ਸੀ ਜੀ। ਕੀ ਕਿਸੇ ਕਰੋੜਪਤੀ ਨੂੰ ਉਸ ਲਾਈਨ 'ਚ ਖੜੇ ਦੇਖਿਆ? ਇਹ ਗੱਲ ਜੀ ਰਾਹੁਲ ਗਾਂਧੀ ਸਾਹਿਬ ਨੇ ਉੱਥੇ ਕਹੀ ਜੀ। ਨਾਲ ਉਹਨਾਂ ਨੇ ਗੱਲ ਕੀਤੀ ਕਿ ਹੁਸ਼ਿਆਰਪੁਰ ਇੱਕ ਇਹੋ ਜਿਹਾ ਜਿੱਥੇ ਫੂਡ ਪ੍ਰੋਸੈਸਿੰਗ ਦੇ ਯੂਨਿਟ ਲੱਗ ਸਕਦੇ ਆ, ਕਿਸਾਨ ਦੀ ਆਮਦਨ ਵੱਧ ਸਕਦੀ ਹੈ। ਉਹਨਾਂ ਨੇ ਕਿ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਦੇ ਸਮਾਗਮ ਵਿੱਚ ਨਸ਼ਿਆਂ ਦੀ ਗੱਲ ਕੀਤੀ ਸੀ ਜੀ, ਤਾਂ ਮੇਰੀ ਨੁਕਤਾਚੀਨੀ ਕਿਹਨੇ ਕੀਤੀ ਸੀ? ਅਕਾਲੀ ਦਲ ਵਾਲਿਆਂ ਨੇ ਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ। ਉਹ ਕਹਿੰਦੇ ਕੱਲ ਦੇਸ਼ ਦਾ ਗ੍ਰਹਿ ਮੰਤਰੀ 3 ਸਮਾਗਮ ਕਰਕੇ ਗਿਆ ਪੰਜਾਬ ਦੇ ਵਿੱਚ, ਉੱਥੇ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਮਾਫੀਆ ਤੇ ਡਰੱਗ ਮਾਫੀਆ ਨੂੰ ਖਤਮ ਕਰ ਦੇਵਾਂਗੇ ਜੀ। ਤੇ ਜੇ ਪੰਜਾਬ ਦੇ ਵਿੱਚ ਡਰੱਗ ਹੈ ਹੀ ਨਹੀਂ ਸੀ, ਮੇਰੀ ਨੁਕਤਾਚੀਨੀ ਕੀਤੀ, ਤੇ ਫਿਰ ਡਰੱਗ ਮਾਫੀਆ ਕਿਹੜਾ ਆ ਗਿਆ? ਆਹੀ ਗੱਲ ਤਾਂ ਮੈਂ ਕਹੀ ਸੀ ਜੀ ਵੀ ਇੱਥੇ ਡਰੱਗ ਮਾਫੀਆ ਵੱਡੀ ਪੱਧਰ ਦੇ ਉੱਤੇ ਕੰਮ ਕਰ ਰਿਹਾ ਹੈ। ਬਿਲਕੁਲ। ਸੋ ਇਹ ਗੱਲ ਰਾਹੁਲ ਗਾਂਧੀ ਸਾਹਿਬ ਨੇ ਆਪਣੇ ਉਸ ਦੇ ਵਿੱਚ ਕਹੀ ਆ। ਦੂਜੀ ਉਹਨਾਂ ਨੇ ਕਿਹਾ, ਕਿਸਾਨਾਂ ਦਾ ਮੁੱਦਾ ਉਠਾਇਆ ਕਿ 700 ਕਿਸਾਨਾਂ ਦੀਆਂ ਜਾਨਾਂ ਬਾਰੀਆਂ ਗਈਆਂ। ਕਹਿੰਦੇ ਮੈਂ ਪਾਰਲੀਮੈਂਟ ਦੇ ਵਿੱਚ ਮੁੱਦਾ ਉਠਾਇਆ ਕਿ 2 ਮਿੰਟ ਉੱਠ ਕੇ ਆਪਾਂ ਸ਼ਰਧਾਂਜਲੀ ਦੇ ਦਈਏ। ਇਹ ਭਾਰਤੀ ਜਨਤਾ ਪਾਰਟੀ ਵਾਲਿਆਂ ਚੋਂ ਕੋਈ ਨਹੀਂ ਉੱਠਿਆ, ਭਾਵੇਂ ਹੋਣ ਮੋਦੀ ਸਾਹਿਬ ਜੀ, ਭਾਵੇਂ ਹੋਣ ਰਾਹੁਲ ਗਾਂਧੀ ਸਾਹਿਬ ਜੀ। ਚੋਣਾਂ ਦਾ ਮੌਸਮ ਹੈ, ਇਹ ਚੋਣਾਂ ਦੇ ਮੌਸਮ ਦੇ ਵਿੱਚ ਉਹ ਗੱਲਾਂ ਉਹ ਕਰਦੇ ਆ ਜਿਹੜੀਆਂ ਲੋਕਾਂ ਦੇ ਵਿੱਚ ਕਰਨ। ਕਿਸਾਨੀ ਦਾ ਮੁੱਦਾ ਇਸ ਵੇਲੇ ਵੀ ਛਾਇਆ ਹੋਇਆ, ਬਿਲਕੁਲ ਜੀ। ਤਾਂ ਰਾਹੁਲ ਗਾਂਧੀ ਨੇ ਕਿਸਾਨੀ ਦੇ ਮੁੱਦੇ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਤੇ ਉਹਦੀ ਟੀਮ ਤੇ ਚੋਟ ਲਾਤੀ। ਉਹ ਕਹਿੰਦੇ ਵੀ ਜੇ ਇਹ ਕਾਨੂੰਨ ਵਾਪਸੀ ਲੈਣੇ ਸੀ ਫਿਰ 1.25 ਸਾਲ ਦਾ ਸਮਾਂ ਲਾ ਕਿਉਂ ਦਿੱਤਾ? ਬਿਲਕੁਲ ਜੀ।
700 ਤੋਂ ਵੱਧ ਕਿਸਾਨ ਸ਼ਹੀਦ ਕਰਤੇ, ਨੁਕਸਾਨ ਹੋਇਆ। ਤੇ ਜੇ ਪਹਿਲਾਂ ਹੀ ਕਰ ਦਿੰਦੇ ਤਾਂ ਇਹ ਮਾਮਲਾ ਇਸ ਲੈਵਲ ਤੱਕ ਨਹੀਂ ਜਾਣਾ ਸੀ ਜਿਸ ਲੈਵਲ ਤੱਕ ਚਲਿਆ ਗਿਆ ਜੀ। ਨਾਲ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਹੁਤ ਵੱਡਾ ਮੁੱਦਾ ਹੈ। ਕਾਲਾ ਧਨ ਜਿਹੜਾ ਮੋਦੀ ਸਾਹਿਬ ਕਹਿੰਦੇ ਸੀ ਕਿ ਵਿਦੇਸ਼ਾਂ ਚੋਂ ਵਾਪਸ ਲਿਆਉਂਗਾ, ਹੁਣ ਕਹਿੰਦੇ ਨਾ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆ ਤੇ ਨਾ ਕਾਲੇ ਧਨ ਦੀ ਗੱਲ ਕਰਦੇ ਆ ਜੀ। ਇਹ ਦੋਨੇ ਚੀਜ਼ਾਂ ਮੋਦੀ ਸਾਹਿਬ ਦੀ ਡਿਕਸ਼ਨਰੀ ਚੋਂ ਨਿਕਲ ਗਈਆਂ ਨੇ। ਅੱਜ ਰਾਹੁਲ ਗਾਂਧੀ ਸਾਹਿਬ ਨੇ ਜਾਣਾ ਦੇ ਸਮਾਗਮ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਾਣਾ ਸੀ, ਉਹ ਹਵਾਲਾ ਦੇਤਾ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਜਹਾਜ਼ ਆਉਣਾ ਹੈ। ਪ੍ਰਧਾਨ ਮੰਤਰੀ ਸਾਹਿਬ ਦਾ ਜਹਾਜ਼ ਆਇਆ 2 ਵਜੇ ਦੇ ਕਰੀਬ ਜੀ, ਉਹ 11 ਵਜੇ ਜਾ ਰਹੇ ਸੀ। ਉਹਨਾਂ ਦਾ ਪਹਿਲੇ ਹੀ ਜਹਾਜ਼ ਡੱਕਤਾ, ਇਹ ਕਹਿ ਕੇ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਕਲੀਅਰੈਂਸ ਦੇਣੀ ਹੈ। ਪ੍ਰਧਾਨ ਮੰਤਰੀ ਸਾਹਿਬ ਦਾ ਜਹਾਜ਼ ਦਿੱਲੀ ਤੋਂ ਉੱਡਿਆ ਵੀ ਨਹੀਂ ਸੀ। ਸੋ ਇਸ ਕਰਕੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਪ੍ਰਧਾਨ ਮੰਤਰੀ ਨੇ ਕਾਂਗਰਸ ਦੇ ਇੱਕ ਦੂਜੇ ਦੇ ਉੱਤੇ ਮਿੱਥ ਕੇ ਨਿਸ਼ਾਨੇ ਲਾਏ ਜੀ ਜੀ। ਢਿੱਲੋਂ ਜੀ, ਜੇਕਰ ਇਸ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਸੰਗਰੂਰ ਦੇ ਵਿੱਚ ਦਿੱਲੀੋਂ ਆਈਆਂ ਆਂਗਣਵਾੜੀ ਵਰਕਰਾਂ ਨੇ ਜਿਹੜਾ ਕਿ ਕੇਜਰੀਵਾਲ ਨੂੰ ਭੰਡਿਆ ਹੈਗਾ, ਇਹ ਵੱਡੀ ਗਿਣਤੀ ਦੇ ਵਿੱਚ ਆਂਗਣਵਾੜੀ ਵਰਕਰਾਂ ਦਿੱਲੀ ਤੋਂ ਆਈਆਂ ਨੇ, ਜਿਨ੍ਹਾਂ ਦੇ ਨਾਂ ਨੇ ਗੀਤਾ, ਅਨੀਤਾ, ਰੂਪਾ, ਜੀਤੂ, ਕੰਚਨ, ਈਸ਼ਵਰ ਦੇਵੀ ਤੇ ਹੋਰ ਜੀ। ਇਹ ਕਹਿੰਦੇ ਵੀ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਥੇ ਆ ਕੇ ਕੋਰੇ ਝੂਠ ਬੋਲਦਾ ਹੈ। ਆ ਜਲ ਬੋਰਡ ਦੇ ਮੈਂਬਰ ਹੁਣ ਕਿਉਂ ਪੱਕੇ ਕੀਤੇ ਨੇ ਜਦੋਂ 5 ਰਾਜਾਂ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ ਜੀ। ਉਹ ਕਹਿੰਦੇ ਆ ਕਿ ਇੱਥੇ ਆ ਕੇ ਇਹ ਗਲਤ ਪ੍ਰਚਾਰ ਕਰਦਾ ਹੈ। ਉਹ ਕਹਿੰਦੇ ਵੀ ਜਿਹੜੇ 5-6 ਦਿਨ ਰਹਿ ਗਏ ਜੀ, ਅਸੀਂ ਵੱਖ-ਵੱਖ ਖੇਤਰ, ਉਹਨਾਂ ਦੇ ਸੰਗਰੂਰ ਇਸ ਕਰਕੇ ਆਏ ਨੇ ਕਿ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਚਿਹਰਾ ਧੂਰੀ ਤੋਂ ਭਗਵੰਤ ਮਾਨ ਦੇ ਰੂਪ ਦੇ ਵਿੱਚ ਚੋਣ ਲੜ ਰਿਹਾ, ਤਾਂ ਕਿ ਲੋਕਾਂ ਦਾ ਸੰਗਰੂਰ ਵਾਲਿਆਂ ਦੀਆਂ ਅਸੀਂ ਅੱਖਾਂ ਖੋਲ ਦਈਏ ਬਿਲਕੁਲ ਜੀ ਕਿ ਇਹ ਕੇਜਰੀਵਾਲ ਇੱਥੇ ਆ ਕੇ ਸਰਾਚਾਰ ਝੂਠ ਬੋਲਦਾ ਹੈ, ਅਸਲੀਅਤ ਕੁਛ ਹੋਰ ਹੈ। ਉਹਨਾਂ ਦੇ ਵਿੱਚ ਦਾ ਅੱਜ ਜਿਹੜੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਸੰਜੀਵ ਮਿੰਟੂ, ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ, ਉਹਨਾਂ ਦਾ ਪ੍ਰਬੰਧ ਕੀਤਾ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਦੀ ਨੂੰ ਲਿਜਾ ਕੇ ਲੋਕਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਅਸਲੀਅਤ ਉਹ ਕਹਿੰਦੇ ਨੇ ਉਹ 'ਚ ਕਿੰਨੀ ਕੁ ਸੱਚਾਈ ਹੈ, ਇਹ ਉਹੀ ਦੱਸ ਸਕਦੇ ਨੇ ਉਹਨਾਂ ਦਾ ਪ੍ਰਚਾਰ। ਲੇਕਿਨ ਉਹਨਾਂ ਨੇ ਇੱਥੇ ਆ ਕੇ ਕੀਤਾ, ਇਹਦੇ ਬਾਰੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਆਂਗਣਵਾੜੀ ਵਰਕਰ ਜਿਹੜੀਆਂ ਦਿੱਲੀ ਦੀਆਂ ਨੇ ਇਹ ਗਲਤ ਭੰਡੀ ਪ੍ਰਚਾਰ ਕਰਦੀਆਂ ਨੇ, ਉਹਦੀ ਅਸਲੀਅਤ ਕੀ ਹੈ ਉਹ ਲੋਕਾਂ 'ਚ ਦੱਸਣੀ ਚਾਹੀਦੀ ਹੈ। ਬਿਲਕੁਲ ਜੀ। ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।